ਦੋਸਤੋ ਸਾਰੰਸ਼ ਵਿਦ ਨਵਚੇਤਨ ਇੱਕ ਹੋਰ ਵੀਲੌਗ ਤੇ ਅੱਜ ਦਾ ਵਿਸ਼ਾ ਹੈ ਬਸਤੀਵਾਦੀ ਸ਼ੁਗਲ ਮਸਨੂਈ ਮੁਲਕ ਸੇਧ ਦਾ ਤਕਲਾ। ਬੁਨਿਆਦੀ ਤੌਰ ਤੇ ਆਪਾਂ ਇਸ ਮੁੱਦੇ ਤੇ ਅੱਜ ਗੱਲ ਕਰਾਂਗੇ ਕਿ 20ਵੀਂ ਸਦੀ ਦੇ ਯੂਰਪੀ ਬਸਤੀਵਾਦ ਨੇ ਅਰਬ ਜਾਂ ਖਾੜੀ 'ਚ ਜੋ ਮਸਨੂਈ ਜਾਂ ਆਰਟੀਫਿਸ਼ੀਅਲ ਮੁਲਕ ਬਣਾਏ ਨੇ ਉਹਨਾਂ ਨੇ ਇਸ ਖਿੱਤੇ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ। ਇਹ ਮੰਨਿਆ ਜਾਂਦਾ ਹੈ ਕਿ ਪੁਰਾਤਨ ਕਬੀਲਿਆਂ 'ਚ ਸਰਹੱਦਾਂ ਨਹੀਂ ਸਨ ਹੁੰਦੀਆਂ, ਸਗੋਂ ਦੋਵਾਂ ਕਬੀਲਿਆਂ ਵਿਚਕਾਰ ਇੱਕ ਅਜਿਹਾ ਇਲਾਕਾ ਮਿਥਿਆ ਜਾਂਦਾ ਸੀ ਜਿਸ ਤੇ ਕਿਸੇ ਦੀ ਵੀ ਮਲਕੀਅਤ ਨਹੀਂ ਸੀ ਹੁੰਦੀ ਤੇ ਦੋਵਾਂ ਧਿਰਾਂ ਵੱਲੋਂ ਇਸ ਦਾ ਪਾਲਣ ਬੜੀ ਇਮਾਨਦਾਰੀ ਨਾਲ ਕੀਤਾ ਜਾਂਦਾ ਸੀ। ਸਮੇਂ ਦੇ ਵਹਾਰ ਨਾਲ ਪਿੰਡ, ਸ਼ਹਿਰਾਂ, ਸਿਟੀ ਸਟੇਟਸ, ਮੁਲਕਾਂ ਤੇ ਨੇਸ਼ਨ ਸਟੇਟ ਵਰਗੇ ਕਨਸੈਪਟ ਹੋਣ ਚਾਹੇ ਤੇ ਸਰਹੱਦਾਂ ਦਾ ਰੂਪ ਸਰੂਪ ਵੀ ਬਦਲਦਾ ਰਿਹਾ। ਕੁਝ ਮੁਲਕ ਐਸੇ ਹਨ ਜਿਨ੍ਹਾਂ ਦਾ ਆਪਣਾ ਇੱਕ ਇਤਿਹਾਸ, ਸੱਭਿਆਚਾਰ ਅਤੇ ਭੌਤਿਕ ਸਰੂਪ ਜਾਂ ਸਰਹੱਦਾਂ ਹਨ ਜੋ ਕੁਦਰਤੀ ਤੌਰ ਤੇ ਵਿਕਸਿਤ ਹੋਈਆਂ, ਤੇ ਕੁਝ ਮੁਲਕ ਐਸੇ ਹਨ ਜਿਨ੍ਹਾਂ ਦੀਆਂ ਸਰਹੱਦਾਂ ਨੂੰ ਮਨਮਰਜ਼ੀ ਨਾਲ ਲੀਕਾਂ ਵਾਹ ਕੇ ਹੋਂਦ ਵਿੱਚ ਲਿਆਂਦਾ ਗਿਆ। ਮੁਲਕਾਂ ਦੀਆਂ ਸਰਹੱਦਾਂ ਨੂੰ ਇੰਨਾ ਪ੍ਰਭਾਵਿਤ ਸ਼ਾਇਦ ਹੀ ਕਿਸੇ ਹੋਰ ਚੀਜ਼ ਨੇ ਕੀਤਾ ਹੋਵੇ ਜਿੰਨਾ ਬਸਤੀਵਾਦ ਨੇ ਕੀਤਾ ਹੈ, ਖਾਸ ਕਰ 20ਵੀਂ ਸਦੀ ਵਿੱਚ ਯੂਰਪੀਅਨ ਬਸਤੀਵਾਦ ਨੇ। ਬਹੁਤੀ ਵਾਰ ਇਹ ਨਵੇਂ ਪੈਦਾ ਕੀਤੇ ਗਏ ਮਸਨੂਈ ਕਿਸਮ ਦੇ ਮੁਲਕਾਂ ਦਾ ਉਸ ਖਿੱਤੇ ਦੇ ਇਤਿਹਾਸ, ਸੱਭਿਆਚਾਰ ਜਾਂ ਜ਼ਮੀਨੀ ਹਕੀਕਤਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਹਾਲਾਂਕਿ ਐਸੇ ਮੁਲਕਾਂ ਦਾ ਬਹਾਨਾ ਢੱਠਣਾ ਬਸਤੀਵਾਦ ਦੇ ਨਾਲ ਨਾਲ ਦੁਨੀਆ ਭਰ ਵਿੱਚ ਚੱਲਦਾ ਰਿਹਾ ਹੈ ਤੇ ਦੁਨੀਆ ਦਾ ਕੋਈ ਵੀ ਖਿੱਤਾ ਅਮਰੀਕਾ ਤੋਂ ਲੈ ਕੇ ਯੂਰਪ ਜਾਂ ਅਫਰੀਕਾ ਤੱਕ ਇਸ ਤੋਂ ਅਛੂਤਾ ਨਹੀਂ ਹੈ। ਤੇ ਬਹੁਤੀ ਵਾਰ ਅਮਨ ਲਿਆਉਣ ਦੇ ਢਕਵੰਜ ਥੱਲੇ ਵਾਹੀਆਂ ਇਹ ਲੀਕਾਂ ਬਾਅਦ ਵਿੱਚ ਹੋਰ ਬਹੁਤ ਸਾਰੇ ਝਗੜੇ, ਫਸਾਦ ਅਤੇ ਬਰਬਾਦੀ ਦਾ ਕਾਰਨ ਬਣੀਆਂ। ਇਸ ਬਾਬਤ ਸਭ ਤੋਂ ਵੱਡੀ ਉਦਾਹਰਨ ਪਹਿਲੀ ਵਿਸ਼ਵ ਜੰਗ ਤੋਂ ਬਾਅਦ ਹੋਈ ਵਰਸਾਏ ਦੀ ਸੰਧੀ ਜਾਂ ਟ੍ਰੀਟੀ ਆਫ ਵਰਸਾਏ ਹੈ। ਹੁਣ ਬਹੁਤ ਸਾਰੇ ਤਾਰੀਖਦਾਨ ਇਸ ਬਾਰੇ ਇਕਮਤ ਹਨ ਕਿ ਅਮਨ ਦੇ ਨਾਂ ਥੱਲੇ ਜਰਮਨੀ ਤੇ ਆਸਟਰੋ ਹੰਗਰੀ ਐਮਪਾਇਰ ਦੇ ਹਾਰੇ ਹੋਏ ਮੁਲਕਾਂ ਤੇ ਮਨਮਰਜ਼ੀ ਦੀਆਂ ਸਰਹੱਦਾਂ ਨਾਫਿਜ਼ ਕਰਨ ਦਾ ਨਤੀਜਾ ਦੂਜੇ ਵਿਸ਼ਵ ਯੁੱਧ ਦੇ ਰੂਪ ਵਿੱਚ ਨਿਕਲਦਾ ਹੈ। ਆਪਾਂ ਇਸ ਵੀਡੀਓ ਲੌਗ 'ਚ ਆਪਣੇ ਆਪ ਨੂੰ ਯੂਰਪ ਦੀਆਂ ਬਸਤੀਵਾਦੀ ਤਾਕਤਾਂ ਵੱਲੋਂ ਏਸ਼ੀਆ ਦੇ ਖਿੱਤੇ, ਖਾਸ ਕਰ ਅਰਬ ਜਾਂ ਖਾੜੀ 'ਚ ਨਕਲੀ ਤੌਰ ਤੇ ਪੈਦਾ ਕੀਤੇ ਗਏ ਉਹਨਾਂ ਮੁਲਕਾਂ ਤੱਕ ਮਹਿਦੂਦ ਰੱਖਾਂਗੇ ਜੋ ਸਿਰਫ ਤੇ ਸਿਰਫ ਯੂਰਪੀਅਨ ਬਸਤੀਵਾਦ ਦੀਆਂ ਲੰਮੇ ਸਮੇਂ ਦੀਆਂ ਆਰਥਿਕ, ਫੌਜੀ ਅਤੇ ਜੀਓਪੋਲਿਟਿਕਸ ਦੀਆਂ ਨਾਲ ਸੰਬੰਧਿਤ ਲੋੜਾਂ ਪੂਰੀਆਂ ਕਰਨ ਲਈ ਹੋਂਦ ਵਿੱਚ ਲਿਆਂਦੇ ਗਏ। ਪਹਿਲੇ ਆਲਮੀ ਯੁੱਧ 'ਚ ਏਸ਼ੀਆ ਦੇ ਪ੍ਰਸੰਗ 'ਚ ਸਭ ਤੋਂ ਵੱਡੀ ਘਟਨਾ ਆਟੋਮਨ ਅੰਪਾਇਰ ਦਾ ਢਹਿ ਹੋਣਾ ਹੈ ਤੇ ਯੂਰਪੀਅਨ ਬਸਤੀਵਾਦ ਇਸ 'ਚ ਇੱਕ ਬੰਨੇ ਅਰਬ ਮੁਲਕਾਂ ਨੂੰ ਆਟੋਮਨ ਸਾਮਰਾਜ ਤੋਂ ਆਜ਼ਾਦੀ ਦਾ ਲਾਲੀਪੌਪ ਦੇ ਰਿਹਾ ਸੀ, ਯਹੂਦੀਆਂ ਨੂੰ ਇੱਕ ਕੌਮੀ ਹੋਮਲੈਂਡ ਦਾ ਵਾਅਦਾ ਕਰ ਰਿਹਾ ਸੀ, ਤੇ ਦੂਜੇ ਬੰਨੇ ਆਪਣੇ ਭਾਈਵਾਲਾਂ ਫਰਾਂਸ ਤੇ ਰੂਸ ਨਾਲ ਚੋਰੀ ਸਮਝੌਤੇ ਵੀ ਕਰ ਰਿਹਾ ਸੀ, ਜਿਸ ਅਧੀਨ ਉਹ ਖਿੱਤਾ ਜਿਸ ਮੌਜੂਦਾ ਰੂਪ ਵਿੱਚ ਇਰਾਕ, ਫਲਸਤੀਨ, ਇਸਰਾਇਲ, ਜਾਰਡਨ, ਸੀਰੀਆ ਵਰਗੇ ਮੁਲਕ ਸ਼ਾਮਲ ਹਨ ਨੂੰ ਆਪਣੀ ਮਲਕੀਅਤ ਦੇ ਤੌਰ ਤੇ ਵੰਡ ਲਿਆ ਜਾਵੇ। ਅਹਿਦਨਾਮਿਆਂ 'ਚ ਇਸ ਨੂੰ ਜ਼ੋਨ ਆਫ ਇਨਫਲੂਐਂਸ ਦਾ ਨਾਮ ਦਿੱਤਾ ਗਿਆ, ਜਿਸ 'ਚ ਇਰਾਕ, ਟਰਾਂਸ ਜਾਰਡਨ ਅਤੇ ਫਲਸਤੀਨ ਇੰਗਲੈਂਡ ਦੇ ਹਿੱਸੇ ਆਏ ਅਤੇ ਸੀਰੀਆ ਤੇ ਲੈਬਨਾਨ ਫਰਾਂਸ ਦੇ ਹਿੱਸੇ। ਇਹ ਗੁਪਤ ਸਮਝੌਤਾ ਗੁਪਤ ਹੀ ਰਹਿੰਦਾ ਜੇ ਰੂਸ ਦੀ ਕਮਿਊਨਿਸਟ ਹਕੂਮਤ ਨੇ ਜ਼ਾਰ ਸ਼ਾਹੀ ਦੇ ਪਤਨ ਤੋਂ ਬਾਅਦ ਇਸ ਨੂੰ ਜਨਤਕ ਨਾ ਕੀਤਾ ਹੁੰਦਾ। ਇਹ ਗੁਪਤ ਸਮਝੌਤਾ ਯੂਰਪੀਅਨ ਤਾਕਤਾਂ ਵੱਲੋਂ ਅਰਬ ਮੁਲਕਾਂ ਨੂੰ ਕੀਤੇ ਉਸ ਵਾਅਦੇ ਦੀ ਖਿਲਾਫ ਵਰਜੀ ਵੀ ਸੀ ਜਿਸ ਤਹਿਤ ਉਹਨਾਂ ਨੂੰ ਆਟੋਮਨ ਸਾਮਰਾਜ ਵਿਰੁੱਧ ਮੱਧ ਵਿਜ਼ਾਨੇ ਵਜੋਂ ਆਜ਼ਾਦੀ ਦਾ ਵਾਅਦਾ ਕੀਤਾ ਗਿਆ ਸੀ। ਯੂਰਪੀਅਨ ਤਾਕਤਾਂ ਵੱਲੋਂ ਅਰਬ ਮੁਲਕਾਂ ਦੀ ਕੀਤੀ ਇਸ ਬਾਂਦਰ ਵੰਡ ਜ਼ਮੀਨੀ ਹਕੀਕਤਾਂ ਤੋਂ ਕਿੰਨੀ ਅਣਭਿੱਜ ਤੇ ਆਪ ਖੁਦਰੀ ਸੀ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਦੋ ਸ਼ਖਸ ਜਿਨ੍ਹਾਂ ਦਾ ਨਾਂ ਮਾਰਕ ਸਾਈਕ ਤੇ ਫ੍ਰਾਂਸਿਸ ਜਾਰਜ ਪੀਕੋ ਸਨ ਨੇ ਬੰਦ ਕਮਰੇ 'ਚ ਬੈਠ ਕੇ ਲਾਲ ਪੈਨਸਲ ਨਾਲ ਲੀਕ ਵਾਹ ਕੇ ਸਮੁੱਚੇ ਖਾੜੀ ਖਿੱਤੇ ਨੂੰ ਵੰਡ ਲਿਆ। ਪਰ ਇੱਕ ਖਿੱਤੇ ਨੂੰ ਵੰਡ ਲੈਣਾ ਇਸ ਕਹਾਣੀ ਦਾ ਸਿਰਫ ਪਹਿਲਾ ਪੜਾਅ ਸੀ। ਉਸ ਤੋਂ ਬਾਅਦ ਅਗਲੀ ਖੇਡ ਜਾਂ ਖਿੱਤੇ ਵਿੱਚ ਕੁਝ ਮਸਨੂਈ ਜਾਂ ਆਰਟੀਫਿਸ਼ੀਅਲ ਮੁਲਕ ਪੈਦਾ ਕਰਨ ਦੀ ਸੀ, ਤੇ ਇਹਨਾਂ ਮੁਲਕਾਂ ਨੂੰ ਪੈਦਾ ਕਰਨ ਦਾ ਆਪਰੇਸ਼ਨ ਥੀਏਟਰ 1921 ਵਿਚਲੀ ਕਾਇਰੋ ਕਾਨਫਰੰਸ ਹੈ, ਜੋ ਕਿ ਬਰਤਾਨੀਆ ਦੇ ਖਾੜੀ ਬਾਰੇ ਸਮਝ ਰੱਖਣ ਵਾਲੇ ਮਾਹਿਰਾਂ ਦੀ ਮੀਟਿੰਗ ਹੈ। ਇਹਨਾਂ 'ਚੋਂ ਪਹਿਲਾ ਮੁਲਕ ਜੋ ਪੈਦਾ ਕੀਤਾ ਜਾਂਦਾ ਹੈ ਉਸ ਦਾ ਨਾਂ ਇਰਾਕ ਹੈ, ਇੱਕ ਐਸਾ ਨਕਲੀ ਮੁਲਕ ਜਿਸ ਦਾ ਕਦੀ ਵੀ ਕੋਈ ਵਜੂਦ ਨਹੀਂ ਰਿਹਾ ਤੇ ਜੋ ਬੁਨਿਆਦੀ ਤੌਰ ਤੇ ਆਟੋਮਨ ਸਾਮਰਾਜ ਦੇ 3 ਵਿਲਾਇਤਾਂ ਜਾਂ ਸੂਬਿਆਂ ਸ਼ਿਆ ਬਹੁ ਗਿਣਤੀ ਬਸਰਾ, ਸੁੰਨੀ ਬਹੁ ਗਿਣਤੀ ਬਗਦਾਦ ਤੇ ਕੁਰਦ ਬਹੁ ਗਿਣਤੀ ਮੌਸੂਲ ਨੂੰ ਮਿਲਾ ਕੇ ਬਣਿਆ ਸੀ, ਤੇ ਜਿਨ੍ਹਾਂ ਦੀ ਇਤਿਹਾਸਿਕ, ਧਾਰਮਿਕ ਜਾਂ ਭੂਗੋਲਿਕ ਸਾਂਝ ਨਾ ਦੇ ਬਰਾਬਰ ਸੀ। ਇਸ 'ਚ ਕੁਰਦਾਂ ਲਈ ਕੁਝ ਵੀ ਨਹੀਂ ਸੀ ਤੇ ਇਸ ਨਵੇਂ ਪੈਦਾ ਕੀਤੇ ਮੁਲਕ ਦਾ ਬਾਦਸ਼ਾਹ ਜਿਸ ਸ਼ਖਸ ਨੂੰ ਬਣਾਇਆ ਜਾਂਦਾ ਹੈ ਉਹ ਕਦੇ ਵੀ ਉਸ ਮੁਲਕ ਦਾ ਵਸਨੀਕ ਨਹੀਂ ਰਿਹਾ ਸੀ। ਉਸ ਨੂੰ ਇਹ ਨਵੇਂ ਮੁਲਕ ਦੀ ਬਾਦਸ਼ਾਹਤ ਮੱਕੇ ਦੇ ਸ਼ਰੀਫ ਦੇ ਪੁੱਤਰ ਹੋਣ ਵਜੋਂ ਮਿਲੀ ਸੀ। ਇਸ ਨਵੇਂ ਬਣੇ ਮੁਲਕ 'ਚ ਜਿੱਥੇ ਵੱਡੀਆਂ ਧਿਰਾਂ 'ਚੋਂ ਕਿਸੇ ਨੂੰ ਵੀ ਸੰਤੁਸ਼ਟ ਕਰਨ ਦਾ ਮਾਦਾ ਨਹੀਂ ਸੀ, ਪਰ ਇਹ ਹੋਂਦ 'ਚ ਆਇਆ
ਕਿਉਂਕਿ ਇਹ ਲੰਡਨ ਦੀਆਂ ਭਵਿੱਖ ਦੀਆਂ એનર્ਜੀ ਲੋੜਾਂ ਅਤੇ ਤੇਲ ਮੁਹੱਈਆ ਕਰਵਾ ਸਕਦਾ ਸੀ। ਇਸੇ ਦੌਰਾਨ ਹੀ ਫਲਸਤੀਨ ਨੂੰ ਦੋ ਹਿੱਸਿਆਂ ਵਿੱਚ ਵੰਡਣ ਦਾ ਫੈਸਲਾ ਕੀਤਾ ਜਾਂਦਾ ਹੈ, ਜਿਸ ਚੋਂ ਇਸਰਾਈਲ ਨਾਂ ਦੇ ਮੁਲਕ ਦੀ ਕਾਢ ਕੱਢੀ ਜਾਂਦੀ ਹੈ। 1880 ਤੋਂ ਲੈ ਕੇ 1920 ਤੱਕ ਰੂਸ, ਜੋ ਕਿ ਉਸ ਵਕਤ ਜੰਗੀ ਹਾਲਾਤਾਂ 'ਚੋਂ ਗੁਜ਼ਰ ਰਿਹਾ ਸੀ, ਤੇ ਤੋਂ ਬ੍ਰਿਟੇਨ 'ਚ ਯਹੂਦੀਆਂ ਦੀ ਪ੍ਰਵਾਸ ਲਗਭਗ 5 ਗੁਣਾ ਵੱਧ ਗਈ ਸੀ, ਜੋ ਕਿ ਸਥਾਨਕ ਪੱਧਰ ਤੇ ਇੰਗਲੈਂਡ ਦੇ ਸਥਾਨਕ ਲੋਕਾਂ ਲਈ ਇੱਕ ਸਮੱਸਿਆ ਸੀ। ਯਹੂਦੀਆਂ ਨਾਲ ਕੀਤੇ ਗਏ ਜ਼ੁਲਮਾਂ, ਜਿਸ ਵਿੱਚ ਯੂਰਪ ਦੀਆਂ ਸਾਰੀਆਂ ਹੀ ਧਿਰਾਂ ਜ਼ਿੰਮੇਵਾਰ ਸਨ, ਚਾਹੁੰਦੀਆਂ ਸਨ ਕਿ ਯਹੂਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਇੱਕ ਯਹੂਦੀ ਹੋਮਲੈਂਡ ਇਜਾਦ ਕਰ ਦਿੱਤਾ ਜਾਵੇ, ਜੋ ਯੂਰਪ ਤੋਂ ਪਰੇ ਵੀ ਹੋਵੇ ਤੇ ਜਿਸ ਤੇ ਯੂਰਪ ਦਾ ਦਖਲ ਵੀ ਹੋਵੇ। ਇਸੇ ਲੋੜ ਚੋਂ 2000 ਸਾਲ ਪੁਰਾਣੇ ਇਤਿਹਾਸ ਦਾ ਵਾਸਤਾ ਦੇ ਕੇ ਫਲਸਤੀਨ ਖਿੱਤੇ 'ਚ ਯਹੂਦੀਆਂ ਦੀ ਦੁਨੀਆ ਭਰ ਤੋਂ ਹਿਜਰਤ ਕਰਵਾਈ ਜਾਂਦੀ ਹੈ ਤੇ ਫਲਸਤੀਨ ਦੇ ਸਦੀਆਂ ਦੇ ਵਸਨੀਕਾਂ ਨੂੰ ਉਹਨਾਂ ਦੀ ਜ਼ਮੀਨ ਤੋਂ ਹੀ ਬੇਦਖਲ ਕਰ ਦਿੱਤਾ ਜਾਂਦਾ ਹੈ। ਕਾਰਨ ਫਿਰ ਭਵਿੱਖ ਦੀ ਜੀਓਪੋਲਿਟਿਕਸ ਤੇ ਊਰਜਾ ਲੋੜਾਂ ਨਾਲ ਜਾ ਜੁੜਦਾ ਹੈ, ਜੋ ਨਵੇਂ ਬਣਾਏ ਇਰਾਕ ਵਿਚਲੇ ਤੇਲ ਦੇ ਖੂਹਾਂ ਦੇ ਕਬਜ਼ੇ ਦੇ ਰੂਪ ਵਿੱਚ ਸੀ। ਬਰਤਾਨੀਆ ਦੇ ਰਣਨੀਤੀਕਾਰਾਂ ਦੀ ਸੋਚ ਇਹ ਸੀ ਕਿ ਇਸਰਾਈਲ ਦੀ ਹਾਈਫਾ ਬੰਦਰਗਾਹ ਇਰਾਕ ਤੋਂ ਤੇਲ ਦੇ ਟੈਂਕਰਾਂ ਤੱਕ ਪਹੁੰਚਣ ਲਈ ਇੱਕ ਮਹੱਤਵਪੂਰਨ ਕੜੀ ਸਾਬਤ ਹੋਵੇਗੀ। ਇਹ ਮਹਿਜ ਸਬੱਬ ਨਹੀਂ ਹੈ ਕਿ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ 1920 ਤੋਂ 1940 ਦੇ ਦਰਮਿਆਨ ਇਸ ਬੰਦਰਗਾਹ ਰਾਹੀਂ ਇਰਾਕ ਦੇ ਤੇਲ ਦੇ ਖੂਹਾਂ ਤੋਂ ਤਕਰੀਬਨ 40 ਲੱਖ ਟਨ ਤੇਲ ਮੈਡੀਟਰੇਨੀਅਨ ਸਾਗਰ ਰਾਹੀਂ ਅੰਗਰੇਜ਼ੀ ਟੈਂਕਰਾਂ ਤੱਕ ਪਹੁੰਚਦਾ ਹੈ। ਇਰਾਕ ਤੇ ਫਲਸਤੀਨ ਨੂੰ ਪੈਦਾ ਕਰਨ ਦੀ ਇਸ ਕਹਾਣੀ 'ਚ ਇੱਕ ਹੋਰ ਜੁੜਵਾਂ ਪਾਤਰ ਹੈ ਅੱਜ ਦਾ ਜਾਰਡਨ। ਉਸ ਵਕਤ ਇਸ ਦਾ ਨਾਂ ਟਰਾਂਸ ਜਾਰਡਨ ਸੀ। ਇਸ 1921 ਦੀ ਕਾਇਰੋ ਕਾਨਫਰੰਸ 'ਚ ਖਾੜੀ ਮੁਲਕਾਂ ਦੇ ਇੰਗਲੈਂਡ ਦੇ ਪ੍ਰਭਾਵ ਹੇਠਲੇ ਇਲਾਕੇ 'ਚ ਮਨਮਰਜ਼ੀ ਦੀਆਂ ਲੀਕਾਂ ਵਾਹੁਣ ਤੋਂ ਬਾਅਦ ਕਲੋਨੀਅਲ ਸੈਕਟਰੀ ਚਰਚਿਲ ਕਿਤੇ ਆਖਦਾ ਹੈ ਕਿ ਐਤਵਾਰ ਦੀ ਇੱਕ ਦੁਪਹਿਰ ਨੂੰ ਉਹਨੇ ਕਲਮ ਦੀ ਨੋਕ ਨਾਲ ਇੱਕ ਹੋਰ ਨਵਾਂ ਮੁਲਕ ਇਜਾਦ ਕੀਤਾ ਹੈ। ਇਸ ਨਵੇਂ ਮੁਲਕ ਦੀ ਅਸਲ ਉਪਯੋਗਤਾ ਫਲਸਤੀਨ ਤੇ ਇਰਾਕ 'ਚੋਂ ਇੱਕ ਟ੍ਰਾਂਜ਼ਿਟ ਜ਼ੋਨ ਵਜੋਂ ਸੀ, ਜਾਂ ਭਾਰਤ 'ਚੋਂ ਜਾਣ ਵਾਲੀਆਂ ਫਲਾਈਟਾਂ ਲਈ ਇੱਕ ਹਵਾਈ ਕਾਰੀਡੋਰ ਵਜੋਂ। ਇਸ ਮੁਲਕ ਦੀ ਵਾਗਡੋਰ ਮੱਕੇ ਦੇ ਸ਼ਰੀਫ ਦੇ ਛੋਟੇ ਪੁੱਤਰ ਅਬਦੁੱਲਾ ਨੂੰ ਦੇ ਦਿੱਤੀ ਗਈ, ਜਿਸ ਦੇ ਵੱਡੇ ਭਰਾ ਫੈਸਲ ਨੂੰ ਨਵੇਂ ਗਠਿਤ ਕੀਤੇ ਗਏ ਇਰਾਕ ਦਾ ਬਾਦਸ਼ਾਹ ਬਣਾਇਆ ਗਿਆ ਸੀ। ਲਗਭਗ ਇਹੋ ਕਹਾਣੀ ਉਸ ਇਲਾਕੇ ਦੀ ਵੀ ਹੈ ਜੋ ਸੀਰੀਆ ਦੇ ਰੂਪ ਵਿੱਚ ਫਰਾਂਸ ਦੇ ਹਿੱਸੇ ਆਇਆ। ਬਸਤੀਵਾਦੀ ਫਰਾਂਸ ਦਾ ਸੀਰੀਆ 'ਚ ਟਿਕਾ ਇਸ ਗੱਲ ਤੇ ਨਿਰਭਰ ਕਰਦਾ ਸੀ ਕਿ ਉੱਥੇ ਕੌਮੀ ਲਹਿਰ ਨੂੰ ਜੜ੍ਹਾਂ ਨਾ ਫੜਨ ਦਿੱਤੀਆਂ ਜਾਣ। ਇਸੇ 'ਚੋਂ ਫਰਾਂਸ ਦੀ ਵੰਡੋ ਤੇ ਰਾਜ ਕਰੋ ਦੀ ਨੀਤੀ ਤਹਿਤ ਪਹਿਲਾਂ ਲਿਬਨਾਨ ਨੂੰ ਸੀਰੀਆ ਤੋਂ ਅਲੱਗ ਕੀਤਾ ਗਿਆ। ਹਾਲਾਂਕਿ ਲਿਬਨਾਨ ਕਦੇ ਵੀ ਇੱਕ ਵੱਖਰਾ ਮੁਲਕ ਨਹੀਂ ਸੀ ਰਿਹਾ ਤੇ ਨਾ ਹੀ ਇਸ ਦਾ ਭੂਗੋਲ ਕਿਸੇ ਕਾਰਨ ਇਸ ਨੂੰ ਬਾਕੀ ਸੀਰੀਆ ਤੋਂ ਨਿਖੇੜਦਾ ਸੀ, ਤੇ ਫਿਰ ਸੀਰੀਆ ਦੇ ਵੱਖ-ਵੱਖ ਖਿੱਤਿਆਂ ਨੂੰ ਫਿਰਕਾਵਾਰਾਨਾ ਪਹੁੰਚ ਅਧੀਨ ਵੰਡ ਦਿੱਤਾ ਗਿਆ। ਹਾਲਾਂਕਿ ਫਰਾਂਸੀਸੀ ਅਧਿਕਾਰਕ ਤੌਰ ਤੇ ਇਹੀ ਕਹਿੰਦੇ ਰਹੇ ਕਿ ਉਹ ਸੀਰੀਆ ਦੇ ਵੱਖ-ਵੱਖ ਖਿੱਤਿਆਂ ਦੀ ਵੰਡ ਲੋਕਾਂ ਦੀ ਇਛਾਵਾਂ ਦੇ ਤਹਿਤ ਕਰ ਰਹੇ ਹਨ, ਪਰ ਅਸਲ ਕਾਰਨ ਸੀ ਕਿ ਫਰਾਂਸੀਸੀ ਨਹੀਂ ਚਾਹੁੰਦੇ ਸਨ ਕਿ ਸੀਰੀਆ 'ਚ ਵਤਨ ਪ੍ਰਸਤੀ ਦੀ ਲਹਿਰ ਜੜ੍ਹਾਂ ਫੜੇ। ਇਹ ਕੋਈ ਅਚੰਭੇ ਵਾਲੀ ਗੱਲ ਨਹੀਂ ਹੈ ਕਿ ਅੱਜ ਇਹ ਸਾਰੇ ਦੇ ਸਾਰੇ ਮੁਲਕ ਨਾ ਸਿਰਫ ਧੁਖ ਰਹੇ ਹਨ ਅਤੇ ਦੁਨੀਆ ਦੇ ਅਮਨ ਲਈ ਸਭ ਤੋਂ ਵੱਡਾ ਖਤਰਾ ਹਨ, ਸਗੋਂ ਇਹ ਆਪਸ ਵਿੱਚ ਵੀ ਪਾਟੋ ਧਾੜ ਹਨ ਅਤੇ ਬਾਹਰੀ ਤਾਕਤਾਂ, ਜਿਨ੍ਹਾਂ 'ਚ ਯੂਰਪੀਅਨ ਤੇ ਅਮਰੀਕਨ ਪ੍ਰਮੁੱਖ ਹਨ, ਇਹਨਾਂ ਤਾਕਤਾਂ ਲਈ ਇਹ ਮੁਲਕ ਇੱਕ ਖੇਡ ਦਾ ਮੈਦਾਨ ਵੀ ਹਨ। ਇਹਦੇ 'ਚ ਇੱਕ ਵਿਡੰਬਨਾ ਇਹ ਵੀ ਹੈ ਕਿ ਹਮਸ, ਓਸਮਾ ਬਿਨ ਲਾਦਨ ਅਤੇ ISIS ਵਰਗੇ ਸੰਗਠਨ ਆਪਣੇ ਪ੍ਰੇਰਨਾ ਸਰੋਤ ਇਹਨਾਂ ਇਤਿਹਾਸਿਕ ਗਲਤੀਆਂ ਨੂੰ ਮੰਨਦੇ ਹਨ, ਜਿਨ੍ਹਾਂ ਤਹਿਤ ਚੋਰੀ ਛੁਪੇ ਅਰਬ ਦੁਨੀਆ ਦੀਆਂ ਵੰਡੀਆਂ ਪਾ ਕੇ ਆਪਣੇ ਮਫਾਦਾਂ ਲਈ ਗੈਰ ਕੁਦਰਤੀ ਮੁਲਕ ਖੜੇ ਕੀਤੇ ਗਏ। ਇਹਨਾਂ ਘਟਨਾਵਾਂ ਦਾ ਸਾਰੰਸ਼ ਕੀ ਹੈ? ਘੱਟੋ ਘੱਟ ਕੁਝ ਨਤੀਜੇ ਆਪਾਂ ਇਰਾਕ, ਫਲਸਤੀਨ, ਇਸਰਾਇਲ, ਸੀਰੀਆ, ਜਾਰਡਨ, ਲਿਬਨਾਨ ਅਤੇ ਪਾਕਿਸਤਾਨ ਦੇ ਤਜਰਬੇ ਤੋਂ ਕੱਢ ਸਕਦੇ ਹਾਂ, ਜੋ ਕਿ ਇੱਕ ਤਰੀਕੇ ਨਾਲ ਇਸ ਵਰਤਾਰੇ ਦਾ ਸਾਰੰਸ਼ ਵੀ ਹੈ। ਪਹਿਲਾ ਨੁਕਤਾ, ਖਾੜੀ ਅਤੇ ਅਰਬ ਦੁਨੀਆ 'ਚ ਜੋ ਕੁਝ ਵੀ ਹੋ ਰਿਹਾ ਹੈ ਉਹ ਯੂਰਪੀਅਨ ਬਸਤੀਵਾਦੀ ਤਾਕਤਾਂ ਦੀਆਂ ਇਤਿਹਾਸਕ ਗਲਤੀਆਂ ਦਾ ਨਤੀਜਾ ਹੈ, ਜੋ ਕਿ ਭਵਿੱਖ ਦੀ ਜੀਓਪੋਲਿਟਿਕਸ ਨੂੰ ਆਧਾਰ ਬਣਾ ਕੇ ਕੀਤੀਆਂ ਗਈਆਂ। ਦੂਸਰਾ ਨੁਕਤਾ, ਗੈਰ ਕੁਦਰਤੀ ਮੁਲਕ ਬਣਾ ਕੇ ਉਹਨਾਂ ਨੂੰ ਸੰਵਿਧਾਨਕ ਮਾਨਤਾ ਤਾਂ ਦਿੱਤੀ ਜਾ ਸਕਦੀ ਹੈ। ਸੰਭਵ ਹੈ ਕਿ ਇਸ 'ਚ ਇਸਰਾਈਲ ਵਰਗੇ ਮੁਲਕ ਆਰਥਿਕ ਤੌਰ ਤੇ ਮਜ਼ਬੂਤ ਵੀ ਹੋ ਜਾਣ, ਪਰ ਲੰਮੇ ਸਮੇਂ 'ਚ ਇਹ ਉਸ ਖਿੱਤੇ 'ਚ ਸੇਧ ਦਾ ਤਕਲਾ ਹੀ ਸਾਬਤ ਹੁੰਦੇ ਹਨ। ਤੀਜਾ ਨੁਕਤਾ, ਐਸੇ ਮੁਲਕ ਜੋ ਬਗਾਨੀ ਸ਼ਹਿ ਤੇ ਹੋਣ ਚਾਹੁੰਦੇ ਹਨ, ਉਹ ਕਦੇ ਵੀ ਬਾਹਰੀ ਤਾਕਤਾਂ ਦੇ ਦਖਲ ਤੋਂ ਮੁਕਤੀ ਨਹੀਂ ਪਾ ਸਕਦੇ। ਚੌਥਾ, ਕਿਉਂਕਿ ਇਹ ਮੁਲਕ ਇੱਕ ਮਸਨੂਈ ਇਕਾਈ ਜਾਂ ਕਹਿ ਲਵੋ ਆਰਟੀਫਿਸ਼ੀਅਲ ਐਂਟੀਟੀ ਵਜੋਂ ਹੋਣ ਚਾਹੁੰਦੇ ਹਨ, ਇਹਨਾਂ ਮੁਲਕਾਂ 'ਚ ਡੈਮੋਕ੍ਰੇਸੀ ਜਾਂ ਇੱਕ ਸਟੇਬਲ ਪੋਲੀਟੀਕਲ ਸਿਸਟਮ ਦਾ ਜੜਾ ਫੜਨਾ ਬੇਹੱਦ ਮੁਸ਼ਕਲ ਹੁੰਦਾ ਹੈ। ਪੰਜਵਾਂ, ਇਹਨਾਂ ਸਾਰੇ ਮੁਲਕਾਂ 'ਚ ਫੌਜ ਦਾ ਦਖਲ ਅਨੁਪਾਤ ਨਾਲੋਂ ਵੱਧ ਤੇ ਤਾਨਾਸ਼ਾਹੀ ਇੱਕ ਡਿਫਾਲਟ ਪੋਲੀਟੀਕਲ ਸਿਸਟਮ ਵਜੋਂ ਇਹਨਾਂ ਮੁਲਕਾਂ ਦੀ ਪੋਲਿਟੀ ਦਾ ਹਿੱਸਾ ਹੁੰਦਾ ਹੈ। ਤੇ ਆਖਰੀ, ਬਸਤੀਵਾਦੀ ਤਾਕਤਾਂ ਆਪਣੇ ਜੀਓਪੋਲਿਟਿਕਸ ਮਫਾਦਾਂ ਲਈ ਜੋ ਕੰਡੇ ਬੀਜਦੀਆਂ ਹਨ, ਉਹਨਾਂ ਦਾ ਖਮਿਆਜਾ
ਉਹਨਾਂ ਨੂੰ ਵੀ ਭੁਗਤਣਾ ਪੈਂਦਾ ਹੈ। ਖਾੜੀ 'ਚ ਜੋ ਕੁਝ ਵਾਪਰਿਆ ਹੈ ਇਹਦੇ ਸੇਕ ਤੋਂ ਯੂਰਪ ਵੀ ਅਛੂਤਾ ਨਹੀਂ ਹੈ ਤੇ ਨਾ ਹੀ ਭਵਿੱਖ 'ਚ ਰਹੇਗਾ। ਦੋਸਤੋ, ਤੁਸੀਂ ਸੋਚ ਰਹੇ ਹੋਗੇ ਕਿ ਇਸ ਸਭ ਕਾਸੇ ਨੂੰ ਸਮਝਣ ਲਈ ਅਸੀਂ ਖਾੜੀ ਦਾ ਰੁਖ ਕਿਉਂ ਕੀਤਾ, ਜਦ ਕਿ ਇਹ ਸਭ ਕੁਝ ਤਾਂ ਅਸੀਂ ਆਪਣੇ ਗਵਾਂਢ 'ਚ ਪਾਕਿਸਤਾਨ ਦੇ ਰੂਪ ਵਿੱਚ ਵਾਪਰਦਾ ਵੀ ਤੱਕ ਚੁੱਕੇ ਹਾਂ। ਇਹ ਇਸ ਲਈ ਜ਼ਰੂਰੀ ਸੀ ਕਿ ਕਈ ਵਾਰ ਅਸੀਂ ਪਾਕਿਸਤਾਨ ਨੂੰ ਇੱਕ ਟੁੱਟਵੇਂ ਵਰਤਾਰੇ ਦੇ ਰੂਪ 'ਚ ਵੇਖ ਕੇ ਸਮਝ ਲੈਂਦੇ ਹਾਂ ਕਿ ਇਹ ਆਪਣੀ ਮਿਸਾਲ ਆਪ ਹੈ, ਪਰ ਸੱਚ ਇਹ ਹੈ ਕਿ ਆਪੋ ਆਪਣੇ ਪੈਰ ਧਰਾਵੇ ਲਈ ਨਵੇਂ ਮਸਨੂਈ ਮੁਲਕ ਬਣਾਉਣੇ ਤੇ ਮਰਜ਼ੀ ਦੀਆਂ ਲੀਕਾਂ ਵਾਹੁਣੀਆਂ ਉਸ ਵਕਤ ਦੀਆਂ ਬਸਤੀਵਾਦੀ ਤਾਕਤਾਂ ਦਾ ਖਾਸਾ ਸੀ। ਹਾਂ, ਆਪਾਂ ਪਾਕਿਸਤਾਨ ਬਾਰੇ ਇਹ ਗੱਲ ਕਿਸੇ ਵੱਖਰੇ ਐਪੀਸੋਡ 'ਚ ਵਿਸਤਾਰ ਤਹਿਤ ਕਰਾਂਗੇ। ਇਹ ਮੈਂ ਸੰਜੋਗ ਨਹੀਂ ਹੈ ਕਿ ਸਾਰੇ ਮੁਲਕ ਅੱਜ ਵੀ ਬਸਤੀਵਾਦੀ ਤਾਕਤਾਂ ਦੀ ਆਪਸੀ ਜ਼ੋਰ ਅਜ਼ਮਾਇਸ਼ ਲਈ ਇੱਕ ਖੇਡ ਦਾ ਮੈਦਾਨ ਬਣੇ ਹੋਏ ਹਨ। ਇਹ ਐਪੀਸੋਡ ਦੇਖਣ ਲਈ ਬਹੁਤ-ਬਹੁਤ ਧੰਨਵਾਦ। ਆਪਣੀ ਰਾਏ ਜ਼ਰੂਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਕਰਨਾ ਨਾ ਭੁੱਲਣਾ। ਬਹੁਤ-ਬਹੁਤ ਸ਼ੁਕਰੀਆ। ਜੀਂਦੇ ਵਸਦੇ ਰਹੋ।